स्टूडेंट्स ਅਸੀਂ ਆਪਣਾ ਸੈਕਿੰਡ ਐਸੇ +2 ਕਲਾਸ ਦੀ ਜਨਰਲ ਇੰਗਲਿਸ਼ ਦਾ ਕਰ ਰਹੇ ਹਾਂ ਦਾ ਮਾਰਚ ਕਿੰਗ। ਆਪਾਂ ਉਹ ਸਾਰੇ ਚੈਪਟਰ ਦੀ ਬੇਟਾ ਰੀਡਿੰਗ ਕਰ ਚੁੱਕੇ, 4-5 ਆਪਾਂ ਨੇ ਕਲਾਸਿਸ ਲਗਾਈਆਂ, ਆਪਾਂ ਪੂਰਾ ਚੈਪਟਰ ਸਮਝਿਆ ਤੇ ਫਿਰ ਆਪਾਂ ਉਸਦੇ ਐਕਸਰਸਾਈਜ਼ਸ ਵੀ ਕੀਤੀਆਂ ਅਗਲੇ ਕਲਾਸ ਦੇ ਵਿੱਚ। ਤੇ ਕੱਲ ਵਾਲੀ ਕਲਾਸ 'ਚ ਬੇਟਾ ਆਪਾਂ ਉਸਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਵੀ ਕੀਤੇ। ਤਾਂ ਉਮੀਦ ਹੈ ਕਿ ਤੁਹਾਨੂੰ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਐਕਸਰਸਾਈਜ਼ਸ ਤੇ ਪੂਰਾ ਚੈਪਟਰ ਇਹ ਸਾਰਾ ਸਮਝ ਆ ਗਿਆ ਹੋਏਗਾ। ਹੁਣ ਬੇਟਾ ਅਸੀਂ ਇਸ ਦਾ ਸਭ ਤੋਂ ਮੇਨ ਕੁਐਸਚਨ ਅੱਜ ਕਰਨ ਜਾ ਰਹੇ ਹਾਂ, ਉਹ ਹੈ ਕਿ ਜੌਨ ਫਿਲਿਪ ਸੂਜ਼ਾ ਦਾ ਕਰੈਕਟਰ ਸਕੈਚ। ਤਾਂ ਬੇਟਾ ਇਹ ਜਿਹੜਾ ਕਰੈਕਟਰ ਸਕੈਚ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਹਸਨ ਦਾ ਕਰੈਕਟਰ ਸਕੈਚ ਇੰਪੋਰਟੈਂਟ ਸੀ, ਇਸੇ ਤਰ੍ਹਾਂ ਜੌਨ ਫਿਲਿਪ ਸੂਜ਼ਾ ਦਾ ਕਰੈਕਟਰ ਸਕੈਚ ਇੰਪੋਰਟੈਂਟ ਹੈ। ਮੈਂ ਤੁਹਾਨੂੰ ਲਿਖ ਕੇ ਦਿੰਦਾ, ਜਿਹੜੇ ਤੁਹਾਡੇ ਜੁਲਾਈ ਦੇ ਟੈਸਟ ਹੋਣਗੇ ਐਗਜ਼ਾਮਸ ਤੋਂ ਵੈਕੇਸ਼ਨ ਤੋਂ ਬਾਅਦ, ਸਮਰ ਵੈਕੇਸ਼ਨ ਤੋਂ ਬਾਅਦ, ਤਾਂ ਉਹਦੇ ਵਿੱਚ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਡੈਫੀਨਿਟ ਕੁਐਸਚਨ ਕਰੈਕਟਰ ਸਕੈਚ ਦਾ ਜ਼ਰੂਰ ਆਏਗਾ। ਤਾਂ ਪਹਿਲਾਂ ਮੈਂ ਤੁਹਾਨੂੰ ਹਸਨ ਦਾ ਕਰੈਕਟਰ ਸਕੈਚ ਪਿਛਲੇ ਚੈਪਟਰ ਵੇਲੇ ਕਰਵਾਉਣ ਵੇਲੇ ਸਾਰਾ ਸਮਝਾ ਚੁੱਕਿਆ। ਅੱਜ ਅਸੀਂ ਜੌਨ ਫਿਲਿਪ ਸੂਜ਼ਾ ਦਾ ਕਰੈਕਟਰ ਸਕੈਚ ਕਰਾਂਗੇ। ਦਾ ਮਾਰਚ ਕਿੰਗ ਚੈਪਟਰ ਦਾ ਨਾਮ ਹੈ ਜੀ, ਤੁਹਾਨੂੰ ਪਤਾ ਹੀ ਹੈ। ਇਸ ਤੋਂ ਪਹਿਲਾਂ ਬੇਟਾ ਕਿ ਮੈਂ ਤੁਹਾਨੂੰ ਕਰੈਕਟਰ ਸਕੈਚ ਕਰਾਵਾਂ, ਕਿਉਂਕਿ ਇਹ ਐਸੇ ਟਾਈਪ ਕੁਐਸਚਨ ਹੈ, ਲੌਂਗ ਆਨਸਰ ਟਾਈਪ ਕੁਐਸਚਨ ਹੈ, ਤਾਂ ਥੋੜਾ ਜਿਹਾ ਆਪਾਂ ਇਸ ਦਾ ਮਾਈਂਡ ਮੈਪ ਦੇਖ ਲੈਂਦੇ, ਕਿਉਂਕਿ ਮਾਈਂਡ ਮੈਪ ਦੇ ਨਾਲ ਜਿਹੜਾ ਐਸੇ ਟਾਈਪ ਕੁਐਸਚਨ ਹੈ ਉਹ ਡਿਵੈਲਪ ਕਰਨਾ ਥੋੜਾ ਸੌਖਾ ਹੋ ਜਾਂਦਾ ਜੇਕਰ ਸਾਨੂੰ ਥੋੜੇ ਪੁਆਇੰਟਸ ਪਤਾ ਹੋਣ, ਉਹਨਾਂ ਨੂੰ ਅਸੀਂ ਫਿਰ ਡਿਵੈਲਪ ਕਰ ਸਕਦੇ। ਤਾਂ ਜਿਵੇਂ ਕਿ ਤੁਹਾਨੂੰ ਬੇਟਾ ਮਾਈਂਡ ਮੈਪ ਦਿਖ ਰਿਹਾ ਹੈ, ਜੌਨ ਫਿਲਿਪ ਸੂਜ਼ਾ ਨੂੰ ਆਪਾਂ ਬਿਲਕੁਲ ਸੈਂਟਰ 'ਚ ਰੱਖਿਆ ਹੈ ਤੇ ਉਸਦੇ ਮੇਨ ਪੁਆਇੰਟਸ ਆਪਾਂ ਦਿਖਾਏ ਹੈ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਉਹ ਹੈ ਕਿ ਵਾਂਟਡ ਟੂ ਬਿਕਮ ਅ ਮਿਊਜ਼ੀਸ਼ੀਅਨ। ਇਹ ਤਾਂ ਬੇਟਾ ਸ਼ੁਰੂ ਤੋਂ ਹੀ ਕਲੀਅਰ ਹੋ ਜਾਂਦਾ ਹੈ। ਇਹ ਮੈਂ ਕੱਲ ਸ਼ਾਰਟ ਆਨਸਰ ਟਾਈਪ ਕੁਐਸਚਨਸ ਵੀ ਤੁਹਾਨੂੰ ਸਮਝਾਇਆ ਸੀ ਕਿ ਆਪਣੇ ਫਾਦਰ ਦੀ ਤਰ੍ਹਾਂ, ਕਿਉਂਕਿ ਉਸਦੇ ਫਾਦਰ ਵੀ US ਮਰੀਨ ਦੇ ਵਿੱਚ ਮਿਊਜ਼ੀਸ਼ੀਅਨ ਸੀਗੇ, ਤਾਂ ਉਹਨਾਂ ਨੂੰ ਇੱਕ ਵਾਰੀ ਬੈਂਡ ਦੇ ਵੇਲੇ ਮਾਰਚ ਕਰਦੇ ਹੋਏ ਬੇਟੇ ਨੇ ਦੇਖਿਆ ਫਿਲਿਪ ਨੇ, ਤੇ ਆਪਣੀ ਮੰਮੀ ਨੂੰ ਉਦੋਂ ਹੀ ਡਿਕਲੇਅਰ ਕਰਤਾ ਕਿ ਮੈਂ ਤਾਂ ਆਪਣੇ ਡੈਡੀ ਵਾਂਗੂ ਮਿਊਜ਼ੀਸ਼ੀਅਨ ਬਣਨਾ ਹੈ। ਫਿਰ ਉਸਨੇ ਇਸੇ ਕਰਕੇ ਸਕੂਲ ਆਫ ਮਿਊਜ਼ਿਕ ਜੁਆਇਨ ਕੀਤਾ ਉਸਨੇ, ਕਿਉਂਕਿ ਉਸਦੇ ਫਾਦਰ ਸਾਹਿਬ ਉਸਦੇ ਇੰਟਰਸਟ ਨੂੰ ਜਾਣਦੇ ਸੀ ਤੇ ਉਹਨਾਂ ਨੂੰ ਇੱਕ ਮਿਊਜ਼ਿਕ ਸਕੂਲ ਦੇ ਵਿੱਚ ਫਿਲਿਪ ਨੂੰ ਐਡਮਿਸ਼ਨ ਦਿਵਾਈ ਗਈ। ਉੱਥੇ ਇਸ ਨੂੰ ਇੱਕ ਬਹੁਤ ਅੱਛੇ ਟੀਚਰ ਮਿਲੇ, ਮਿਸਟਰ ਐਸਪਿਊਟਾ। ਮਿਸਟਰ ਐਸਪਿਊਟਾ ਨੇ ਜੌਨ ਫਿਲਿਪ ਸੂਜ਼ਾ ਨੂੰ ਮਿਊਜ਼ਿਕ ਦੇ ਵਿੱਚ ਗਰੂਮ ਕੀਤਾ, ਵਾਇਲਨ ਵਜਾਣੀ ਸਿਖਾਈ। ਵਾਇਲਨ ਇਹਨਾਂ ਦਾ ਫੇਵਰੇਟ ਇੰਸਟਰੂਮੈਂਟ ਬਣ ਗਿਆ। ਉਸ ਤੋਂ ਬਾਅਦ ਬੇਟਾ ਫਿਰ ਇਹ ਵਾਇਲਨ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸੈਲਡ ਹੋਏ। ਐਕਸੈਲ ਦਾ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਉਹਦੇ ਵਿੱਚ ਕਾਮਯਾਬੀ ਹਾਸਲ ਕੀਤੀ। ਈਵਨ ਕਿ ਸਾਨੂੰ ਪਤਾ ਬੇਟਾ ਕਿ ਆਪਣੇ ਮਿਊਜ਼ਿਕ ਸਕੂਲ ਦੇ ਵਿੱਚ ਵਾਇਲਨ ਸਿੱਖਦੇ ਹੋਏ ਹੀ ਜੌਨ ਫਿਲਿਪ ਸੂਜ਼ਾ ਨੇ ਕੋਚਿੰਗ ਦੇਣੀ ਸ਼ੁਰੂ ਕਰਤੀ ਸੀ ਬਾਕੀ ਬੱਚਿਆਂ ਨੂੰ। ਉਹ ਡਾਇਰੈਕਸ਼ਨ ਦਿੰਦਾ ਹੁੰਦਾ ਸੀ ਮਿਊਜ਼ਿਕ ਦੇ ਲੈਸਨਸ ਦੀਆਂ। ਤਾਂ ਇੱਥੋਂ ਪਤਾ ਲੱਗਦਾ ਕਿੰਨਾ ਉਹ ਟੈਲੈਂਟਡ ਸੀ, ਜਾਂ ਉਸਨੂੰ ਬਚਪਨ ਤੋਂ ਹੀ ਕਿੰਨਾ ਮਿਊਜ਼ਿਕ ਦਾ, ਜਾਂ ਉਸ ਤੁਸੀਂ ਲਗਾ ਲਓਗੇ ਮਿਊਜ਼ਿਕ ਦਾ ਪਤਾ ਲੱਗਣ ਲੱਗ ਗਿਆ ਸੀ। ਹਾਲਾਂਕਿ ਛੋਟੇ ਬੱਚੇ ਨੂੰ ਇਹਨਾਂ ਮਿਊਜ਼ਿਕ ਦਾ ਕੀ ਪਤਾ ਹੁੰਦਾ, ਲੇਕਿਨ ਸ਼ੁਰੂ ਤੋਂ ਹੀ ਇਸ ਦੀ ਜਿਹੜੀ ਵਿਰਤੀ ਸੀਗੀ ਉਹ ਮਿਊਜ਼ਿਕ ਵੱਲ ਸੀ। ਲੇਕਿਨ ਇਸ ਦੇ ਹੋਰ ਸ਼ੌਂਕ ਵੀ ਸੀ ਬੇਟਾ, ਜਿਸ ਤਰ੍ਹਾਂ ਕਿ ਹੀ ਲਵ ਟੂ ਪਲੇ ਬੇਸਬਾਲ। ਤੁਸੀਂ ਵੀ ਬੇਟਾ ਖੇਡਣਾ ਪਸੰਦ ਕਰਦੇ ਹੋ, ਕੋਈ ਗੇਮ ਪਸੰਦ ਕਰਦਾ ਹੈ, ਇਹ ਬੇਸਬਾਲ ਖੇਡਣਾ ਪਸੰਦ ਕਰਦੇ ਸੀ। ਜਿਸ ਟਾਈਮ ਮੈਂ ਤੁਹਾਨੂੰ ਬੇਟਾ ਇਹ ਚੈਪਟਰ ਦੀ ਪੂਰੀ ਐਕਸਪਲੇਨੇਸ਼ਨ ਕਰਾਈ ਸੀ, ਤਾਂ ਤੁਹਾਨੂੰ ਥੋੜਾ ਬੇਸਬਾਲ ਬਾਰੇ ਵੀ ਦੱਸਿਆ ਸੀ ਕਿ ਬੇਸਬਾਲ ਕਿਵੇਂ ਖੇਡੀ ਜਾਂਦੀ ਹੈ, ਹਲਕੀ ਜੀ ਤੁਹਾਨੂੰ ਉਸਦੇ ਬਾਰੇ ਇੰਟਰੋਡਕਸ਼ਨ ਦਿੱਤੀ ਸੀ। ਤੇ ਇਸੇ ਸ਼ੌਂਕ ਨੇ, ਬੇਸਬਾਲ ਖੇਡਣ ਦੇ ਸ਼ੌਂਕ ਨੇ, ਇੱਕ ਵਾਰੀ ਇਹਨਾਂ ਨੂੰ ਟਰਬਲ 'ਚ ਪਾਤਾ। ਕੱਲ ਅਸੀਂ ਸ਼ਾਰਟ ਆਨਸਰ ਟਾਈਪ ਕੁਐਸਚਨ ਕੀਤਾ ਸੀਗਾ ਕਿ ਇਟ ਮੇਡ ਦਾ ਕਨਸਰਟ ਆ ਫਲॉप ਸ਼ੋ। ਤਾਂ ਫਲॉप ਸ਼ੋ ਵੀ ਹੋਇਆ ਇਹਦੀ ਜ਼ਿੰਦਗੀ ਦੇ ਵਿੱਚ। ਉਹ ਸਾਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਜਦੋਂ ਇਸਨੇ ਆਪਣੀ ਸੋਲੋ ਮਿਊਜ਼ਿਕ ਪਲੇ ਕਰਨਾ ਸੀ ਵਾਇਲਨ ਦਾ, ਤਾਂ ਉਸ ਟਾਈਮ ਉਹ ਸ਼ਰਟ ਕਰਕੇ, ਕਿਉਂਕਿ ਸ਼ਰਟ ਇਸ ਨੂੰ ਪ੍ਰੋਪਰ ਮਿਲੀ ਨਹੀਂ, ਇਸਨੇ ਆਪਣੀ ਡਰੈਸ ਪ੍ਰੋਪਰ ਰੈਡੀ ਨਹੀਂ ਕੀਤੀ ਸ਼ੋਅ ਦੇ ਲਈ, ਤੇ ਬਿਲਕੁਲ ਮੌਕੇ ਤੇ, ਕਿਉਂਕਿ ਸਾਰਾ ਦਿਨ ਬੇਟਾ ਇਹ ਬੇਸਬਾਲ ਖੇਲਦਾ ਰਿਹਾ ਤੇ ਆਪਣੀ ਡਰੈਸ, ਫਾਰਮਲ ਡਰੈਸ ਰੈਡੀ ਨਹੀਂ ਕਰ ਪਾਇਆ, ਤੇ ਆਪਣੇ ਤੋਂ ਵੱਡੇ ਪਰਸਨ ਦੀ ਡਰੈਸ ਪਾ ਕੇ ਚਲਾ ਗਿਆ ਕਿਸੇ ਤਰੀਕੇ ਨਾਲ। ਲੇਕਿਨ ਉਹ ਸ਼ੋਅ ਦੇ ਦੌਰਾਨ ਉਸ ਸ਼ਰਟ ਨੇ ਇਸ ਨੂੰ ਤੰਗ ਕੀਤਾ, ਸਾਰੀ ਖੁੱਲ ਗਈ ਉਹ, ਤੇ ਉਸ ਤੋਂ ਬਾਅਦ ਇਹਦਾ ਸਾਰਾ ਜਿਹੜਾ ਸੋਲੋ ਜੋ ਇਸਦੀ ਪਲੇ ਸੀਗਾ ਉਹ ਸਾਰਾ ਕੀ ਹੋਇਆ, ਸਾਰਾ ਸਪੋਇਲ ਹੋ ਗਿਆ, ਸਾਰਾ ਹੀ ਫਲॉप ਸ਼ੋ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਇਹਦਾ ਮਨ ਥੋੜਾ ਜਿਹਾ ਉਚਾਟ ਹੋਇਆ ਕਿ ਮੈਂ ਮਿਊਜ਼ਿਕ ਨਹੀਂ ਸਿੱਖਣਾ, ਤੇ ਫਿਰ ਇਸਨੇ ਚਾਰਲੀ ਦੀ ਬੇਕਰੀ ਤੇ ਕੰਮ ਕਰਨਾ ਵੀ ਸ਼ੁਰੂ ਕੀਤਾ। ਆਲਸੋ ਵਰਕਡ ਐਟ ਬੇਕਰੀ। ਲੇਕਿਨ ਉੱਥੋਂ ਵੀ ਜਲਦੀ ਹੀ ਇਹ ਮਤਲਬ ਇਸ ਦਾ ਮਨ ਉਕਤਾ ਗਿਆ, ਤੇ ਉਸ ਤੋਂ ਬਾਅਦ ਇਸ ਦੇ ਫਾਦਰ ਸਾਹਿਬ ਨੇ ਇਸ ਨੂੰ ਮਰੀਨ ਬੈਂਡ ਦੇ ਵਿੱਚ ਐਜ਼ ਅ ਟ੍ਰੇਨੀ, ਐਜ਼ ਐਨ ਅਪ੍ਰੈਂਟਿਸ ਰਿਕਰੂਟ ਕਰਵਾਤਾ। ਰਿਕਰੂਟ ਦਾ ਮਤਲਬ ਉਸ 'ਚ ਦਾਖਲਾ ਦਿਲਵਾਤਾ। ਉਸ ਤੋਂ ਬਾਅਦ ਬੇਟਾ ਫਿਰ ਇਸਨੇ ਮਨ ਲਗਾ ਕੇ ਮਿਊਜ਼ਿਕ ਸਿੱਖਿਆ ਤੇ US ਮਰੀਨ ਬੈਂਡ ਦਾ ਇਹ ਲੀਡਰ ਵੀ ਬਣਿਆ। ਤੇ ਉਸ ਤੋਂ ਬਾਅਦ ਇਹਨੇ ਮੋਰ ਦੈਨ 100 ਮਾਰਚਿਸ ਲਿਖੇ, ਤੇ ਉਸ ਤੋਂ ਉਹਦੇ ਨਾਲ ਕੀ ਹੋਇਆ, ਫਿਰ ਇਹ ਮਾਰਚ ਕਿੰਗ ਦੇ ਨਾਮ ਨਾਲ ਮਸ਼ਹੂਰ ਹੋਇਆ।
ਤੇ ਫਿਰ ਐਂਡ ਦੇ ਵਿੱਚ ਅਸੀਂ ਬੇਟਾ ਇਹ ਵੀ ਦੇਖਿਆ ਕਿ ਇਸਨੇ ਅਬ ਤੋਂ ਆਪਣੀ ਜ਼ਿੰਦਗੀ ਦੀ ਜੋ ਸਭ ਤੁਹਾਨੂੰ ਦੱਸਿਆ ਨਾ ਕਿ 100 ਤੋਂ ਜ਼ਿਆਦਾ ਮਾਰਚਿਸ ਲਿਖੇ ਸੀ, ਲੇਕਿਨ ਇਸ ਦਾ ਇੱਕ ਮਾਰਚ, ਇੱਕ ਟਿਊਨ ਬਹੁਤ ਜ਼ਿਆਦਾ ਫੇਮਸ ਹੋਈ ਸੀ, ਉਹਦਾ ਨਾਮ ਸੀ ਦਾ ਵਾਸ਼ਿੰਗਟਨ ਪੋਸਟ। ਤੇ ਉਹ ਦਾ ਵਾਸ਼ਿੰਗਟਨ ਪੋਸਟ ਮਾਰਚ ਇਸਨੇ ਜਦੋਂ ਵਜਾਈ ਵਾਸ਼ਿੰਗਟਨ ਸਿਟੀ ਦੇ ਵਿੱਚ ਆਪਣੇ ਬੈਂਡ ਦੇ ਨਾਲ, ਤੇ ਉਸ ਨੂੰ ਦੇਖਣ ਦੂਰੋਂ ਦੂਰੋਂ ਲੋਕ ਆਏ, ਬਹੁਤ ਸਾਰੇ ਬੱਚੇ ਆਏ, ਤੇ ਬਹੁਤ ਹੀ ਫੇਮਸ ਹੋਈ ਟਿਊਨ। ਜੇ ਤੁਹਾਨੂੰ ਯਾਦ ਹੋਵੇ ਬੇਟਾ, ਜਿਹੜਾ ਮੇਰਾ ਆਈ ਥਿੰਕ 5th ਲੈਕਚਰ ਸੀਗਾ, ਜਿਸ ਦੇ ਵਿੱਚ ਆਪਾਂ ਨੇ ਇਹ ਕਨਕਲੂਡ ਕੀਤਾ ਸੀ, ਸਾਰਾ ਚੈਪਟਰ ਆਪਾਂ ਨੇ ਖਤਮ ਕੀਤਾ ਸੀ, ਬਿਲਕੁਲ ਐਂਡ ਦੇ ਵਿੱਚ ਮੈਂ ਤੁਹਾਨੂੰ ਉਹ ਟਿਊਨ ਸੁਣਵਾਈ ਸੀਗੀ ਬੈਂਡ ਦੇ ਨਾਲ। ਤਾਂ ਜੇਕਰ ਤੁਸੀਂ ਉਹ ਟਿਊਨ ਹਜੇ ਤੱਕ ਨਹੀਂ ਸੁਣੀ ਤਾਂ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ। ਉਹ ਬਹੁਤ ਹੀ ਪਿਆਰੀ ਟਿਊਨ ਹੈ, ਅੱਜ ਕੱਲ ਵੀ ਉਹ ਮਤਲਬ ਬੜੇ ਚਾਅ ਨਾਲ ਮਿਊਜ਼ੀਸ਼ੀਅਨਸ ਦੁਆਰਾ ਵਜਾਈ ਜਾਂਦੀ ਹੈ ਤੇ ਸੁਣਵਾਈ ਜਾਂਦੀ ਹੈ। ਤਾਂ ਇਹ ਤਾਂ ਸੀ ਬੇਟਾ ਆਪਣਾ ਸਾਰਾ ਜੌਨ ਫਿਲਿਪ ਸੂਜ਼ਾ ਦਾ ਕਰੈਕਟਰ ਸਕੈਚ ਬਣਾਉਣ ਦੇ ਲਈ ਮਾਈਂਡ ਮੈਪ। ਜੇਕਰ ਤੁਸੀਂ ਇਹ ਮਾਈਂਡ ਮੈਪ ਨੂੰ ਧਿਆਨ 'ਚ ਰੱਖੋਗੇ, ਆਪਣੇ ਮਾਈਂਡ 'ਚ ਰੱਖੋਗੇ, ਤਾਂ ਸਾਰੇ ਆਨਸਰਸ ਆਪਣੇ ਆਪ ਡਿਵੈਲਪ ਹੋ ਜਾਂਦੇ ਨੇ। ਥੋੜੀ ਜਿਹੀ ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਇਸ ਨੂੰ ਤੁਸੀਂ ਆਪਣੀਆਂ ਫੇਅਰ ਨੋਟਬੁੱਕਸ ਤੇ ਜ਼ਰੂਰ ਬਣਾਈਓ ਮਾਈਂਡ ਮੈਪ ਨੂੰ। ਹੋ ਸਕਿਆ ਤਾਂ ਜਦੋਂ ਤੁਸੀਂ ਫਾਈਨਲ ਐਗਜ਼ਾਮਸ ਦੇ ਵਿੱਚ ਇਹ ਪੇਪਰ 'ਚ ਕੁਐਸਚਨ ਦਾ ਆਨਸਰ ਲਿਖ ਕੇ ਆਓਗੇ ਤਾਂ ਇਹ ਮਾਈਂਡ ਮੈਪ ਵੀ ਡਰਾ ਕਰਕੇ ਆਈਓ। ਤਾਂ ਹੁਣ ਅਸੀਂ ਬੇਟਾ ਆਪਣੇ ਸਿੱਧੇ ਆਨਸਰ ਵੱਲ ਆਨੇ ਆ। ਬੇਟਾ ਜੇ ਵੈਸੇ ਤਾਂ ਦੇਖੋ ਇਸ ਚੈਪਟਰ ਦਾ ਮੇਨ ਕੁਐਸਚਨ ਇਹੀ ਬਣਦਾ ਹੈ, ਕਰੈਕਟਰ ਸਕੈਚ ਆਫ ਜੌਨ ਫਿਲਿਪ ਸੂਜ਼ਾ। ਲੇਕਿਨ ਮੰਨ ਲਓ ਜੇਕਰ ਇਸ ਚੈਪਟਰ ਦਾ ਥੀਮ ਵੀ ਆ ਜਾਏ ਨਾ, ਕਿ ਇਸ ਚੈਪਟਰ ਦਾ ਥੀਮ ਲਿਖਿਆ ਜਾਵੇ, ਤਾਂ ਥੀਮ ਆਫ ਦਾ ਚੈਪਟਰ ਆ ਜਾਏ, ਦਾ ਮਾਰਚ ਕਿੰਗ ਆ ਜਾਏ, ਤਾਂ ਤੁਸੀਂ ਇਹੀ ਆਨਸਰ ਡਿਵੈਲਪ ਕਰ ਸਕਦੇ ਹੋ ਇੱਥੋਂ ਹੀ, ਤੇ ਇਹੀ ਤੁਸੀਂ ਲਿਖ ਸਕਦੇ ਹੋ। ਤਾਂ ਕੋਈ ਵੀ ਕੁਐਸਚਨ ਆ ਜਾਏ, ਚਾਹੇ ਥੀਮ ਆ ਜਾਏ, ਚਾਹੇ ਕਰੈਕਟਰ ਸਕੈਚ ਆ ਜਾਏ, ਤੁਸੀਂ ਆਨਸਰ ਇਹ ਲਿਖਣਾ ਜੋ ਮੈਂ ਤੁਹਾਨੂੰ ਸ਼ੋਅ ਕਰ ਰਿਹਾ। ਚਲੋ ਜੀ, ਹੁਣ ਆਪਾਂ ਇਹ ਆਪਣਾ ਆਨਸਰ ਸ਼ੁਰੂ ਕਰਦੇ ਹਾਂ। The March King is written by Catherine Little Bakeless। ਤਾਂ ਪਹਿਲੀ ਲਾਈਨ ਅਸੀਂ ਐਵੇਂ ਲਿਖਦੇ ਹਾਂ ਬੇਟਾ, ਅਸੀਂ ਰਾਈਟਰ ਦਾ ਨਾਮ ਲਿਖਦੇ ਹਾਂ ਤੇ ਚੈਪਟਰ ਦਾ ਨਾਮ ਲਿਖਦੇ ਹਾਂ। The March King ਬਿਲਕੁਲ ਉਸੇ ਤਰ੍ਹਾਂ ਪਾਣਾ ਹੈ ਜਿਵੇਂ ਮੈਂ ਪਾਇਆ, T ਵੱਡੀ, M ਵੱਡੀ, K ਵੱਡੀ, ਤੇ ਇਸ ਨੂੰ ਆਪਾਂ ਨੇ ਕੋਟਸ, ਸਿੰਗਲ ਕੋਟਸ ਚ ਪਾਣਾ ਇਸ ਚੈਪਟਰ ਨੂੰ। ਕਿਸ ਦੇ ਦੁਆਰਾ ਲਿਖਿਆ ਹੋਇਆ ਜੀ? ਕੈਥਰੀਨ ਲਿਟਲ ਬੇਕਲੈਸ। ਤਾਂ K ਵੱਡੀ, ਲਿਟਲ ਦੀ L ਵੱਡੀ ਤੇ ਬੇਕਲੈਸ ਦੀ B ਵੱਡੀ, ਬਾਕੀ ਸਾਰੇ ਅੱਖਰ ਛੋਟੇ, ਤੇ ਕੋਈ ਕੋਟਸ ਨਹੀਂ, ਕੋਈ ਲਾਈਨ। ਕੈਥਰੀਨ ਲਿਟਲ ਬੇਕਲੈਸ ਦਾ ਇਹ ਚੈਪਟਰ ਲਿਖਿਆ ਹੋਇਆ। ਹਾਂਜੀ ਬੇਟਾ, ਕਹਿੰਦੇ the theme of the chapter is that we can succeed in life if we follow a career according to our interest। ਤਾਂ ਇਹ ਲਾਈਨ ਬੇਟਾ ਸਮਝਣ ਦੀ ਲੋੜ ਹੈ ਕਿ ਜਿਹੜਾ ਚੈਪਟਰ ਦਾ ਥੀਮ ਹੈ, ਠੀਕ ਹੈ, ਚੈਪਟਰ ਦਾ ਥੀਮ ਉਹ ਇਹ ਹੈ, is that ਇਹ ਹੈ ਕਿ we can succeed, ਅਸੀਂ ਸਫਲ ਹੋ ਸਕਦੇ ਹਾਂ। ਸਕਸੀਡ ਦਾ ਮਤਲਬ ਹੁੰਦਾ ਸਫਲ ਹੋਣਾ, ਇਨ ਲਾਈਫ ਜ਼ਿੰਦਗੀ ਦੇ ਵਿੱਚ, ਇਫ ਜੇਕਰ ਵੀ ਫੋਲੋ ਅਸੀਂ ਮੰਨੀਏ, ਅਸੀਂ ਉਸ ਕਰੀਅਰ ਨੂੰ ਮੰਨੀਏ। ਆ ਕਰੀਅਰ ਦਾ ਮਤਲਬ ਸਾਡਾ ਆਉਣ ਵਾਲਾ ਭਵਿੱਖ, ਅਕੋਰਡਿੰਗ ਟੂ ਆਵਰ ਇੰਟਰਸਟ, ਆਪਣੇ ਰੁਚੀ ਮੁਤਾਬਕ ਆਪਣੇ ਕਰੀਅਰ ਨੂੰ ਫੋਲੋ ਕਰੀਏ, ਕਰੀਅਰ ਨੂੰ ਲਈਏ। ਫੋਲੋ ਦਾ ਮਤਲਬ ਉਸ ਕਰੀਅਰ ਨੂੰ ਅਪਣਾਈਏ ਜੋ ਸਾਡੇ ਇੰਟਰਸਟ ਦਾ ਹੋਵੇ। ਜੇਕਰ ਬੇਟਾ ਸਾਡੇ ਇੰਟਰਸਟ ਦੀ ਅਸੀਂ ਗੱਲ ਕਰਾਂਗੇ, ਜਿਸ ਇੰਟਰਸਟ 'ਚ ਅਸੀਂ ਇੰਜੋਏ ਕਰਦੇ ਹਾਂ, ਤਾਂ ਅਸੀਂ ਉਸ ਨੂੰ ਆਪਣਾ ਕਰੀਅਰ ਬਣਾਵਾਂਗੇ ਤਾਂ ਅਸੀਂ ਬਹੁਤ ਐਕਸੈਲ ਕਰ ਸਕਦੇ ਹਾਂ। ਦੇਖੋ ਜੌਨ ਫਿਲਿਪ ਸੂਜ਼ਾ ਮਿਊਜ਼ਿਕ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦਾ ਸੀ। ਉਸਨੇ ਮਿਊਜ਼ਿਕ ਨੂੰ ਆਪਣੇ ਐਜ਼ ਅ ਕਰੀਅਰ ਅਪਣਾਇਆ, ਤੇ ਉਹ ਕਰੀਅਰ ਐਜ਼ ਅ ਕਰੀਅਰ ਅਪਣਾ ਕੇ ਉਹ ਦੇਖੋ ਕਿੱਥੇ ਤੱਕ ਪਹੁੰਚਿਆ, ਕਿੰਨਾ ਸਫਲ ਹੋਇਆ। ਤਾਂ ਇਹ ਲਾਈਨ ਬੜੀ ਇੰਪੋਰਟੈਂਟ ਹੈ। ਇੱਕ ਵਾਰੀ ਫੇਰ ਦੱਸ ਦਿੰਦੇ ਕਿ ਜਿਹੜਾ ਚੈਪਟਰ ਦਾ ਥੀਮ ਹੈ ਉਹ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਹੀ ਸਕਸੀਡ ਕਰ ਸਕਦੇ ਹਾਂ, ਸਫਲ ਹੋ ਸਕਦੇ ਹਾਂ, ਜੇਕਰ ਅਸੀਂ ਉਹ ਕਰੀਅਰ ਅਪਣਾਈਏ ਜੋ ਕਿ ਸਾਡੇ ਇੰਟਰਸਟ ਦਾ ਹੋਵੇ, ਅਕੋਰਡਿੰਗ ਟੂ ਆਵਰ ਇੰਟਰਸਟ ਹੋਵੇ, ਸਾਡੀ ਰੁਚੀ ਮੁਤਾਬਕ ਹੋਵੇ। ਤਾਂ ਜੌਨ ਫਿਲਿਪ ਸੂਜ਼ਾ ਵਾਸ ਵੈਰੀ ਟੈਲੈਂਟਡ। ਤਾਂ ਜੌਨ ਫਿਲਿਪ ਸੂਜ਼ਾ ਬਹੁਤ ਹੀ ਟੈਲੈਂਟਡ ਸੀ, ਬਹੁਤ ਹੀ ਜ਼ਿਆਦਾ ਉਸ 'ਚ ਹੁਨਰ ਸੀ। ਟੈਲੈਂਟਡ ਦਾ ਮਤਲਬ ਹੁਨਰਮੰਦ ਹੋਣਾ। ਟੈਲੈਂਟਡ ਸੀਗਾ ਜੀ ਉਹ। ਬਾਰ-ਬਾਰ ਅਸੀਂ ਇਹ ਪੂਰਾ ਚੈਪਟਰ 'ਚ ਪੜ੍ਹਿਆ। ਮਿਊਜ਼ਿਕ ਬਹੁਤ ਅੱਛਾ ਪਲੇ ਕਰਦਾ ਸੀ ਸ਼ੁਰੂ ਤੋਂ ਹੀ, ਇਸੇ ਕਰਕੇ ਹੀ ਲਵਡ ਬੈਂਡਸ। ਉਹ ਬੈਂਡਸ ਨੂੰ ਵੀ ਪਸੰਦ ਕਰਦਾ ਸੀ, ਮਿਊਜ਼ਿਕ ਬੈਂਡਸ ਨੂੰ ਪਸੰਦ ਕਰਦਾ ਸੀ। ਉਸ ਨੂੰ ਦੇਖਣਾ, ਇੱਥੇ ਤੁਸੀਂ ਮਿਊਜ਼ਿਕ ਬੈਂਡ ਲਿਖ ਸਕਦੇ ਹੋ, ਜ਼ਿਆਦਾ ਅੱਛਾ ਹੋ ਜਾਏਗਾ। ਹੀ ਲਵ ਮਿਊਜ਼ਿਕ ਬੈਂਡਸ। ਤਾਂ ਮਿਊਜ਼ਿਕ ਬੈਂਡਸ ਉਹ ਪਸੰਦ ਕਰਦਾ ਸੀ, ਉਹਨਾਂ ਨੂੰ ਦੇਖਣਾ ਪਸੰਦ ਕਰਦਾ ਸੀਗਾ। ਦੇਖੋ ਹੁਣ ਮਿਊਜ਼ਿਕ ਦਾ ਸਾਰਿਆਂ ਨੂੰ ਪਸੰਦ ਹੁੰਦਾ, ਦੇਖੋ ਸਾਰੇ ਬੱਚਿਆਂ ਨੂੰ ਮਿਊਜ਼ਿਕ ਪਸੰਦ ਹੁੰਦਾ। ਕੋਈ ਪੰਜਾਬੀ ਗਾਣੇ ਸੁਣਦਾ, ਕੋਈ ਹਿੰਦੀ ਗਾਣੇ ਸੁਣਦਾ, ਹੈ ਨਾ। ਸਾਰਾ ਦਿਨ ਆਪਣੇ ਫੋਨ ਤੇ ਤੁਸੀਂ ਗਾਣੇ ਸੁਣਦੇ ਹੋਵੋਗੇ, ਲੇਕਿਨ ਲਾਈਵ ਮਿਊਜ਼ਿਕ ਸੁਣਨਾ ਕਿਸੇ ਕਿਸੇ ਨੂੰ ਪਸੰਦ ਹੁੰਦਾ। ਇੱਕ ਤਾਂ ਦੇਖੋ ਰਿਕਾਰਡਡ ਮਿਊਜ਼ਿਕ ਹੈ ਜੋ ਤੁਸੀਂ ਸੁਣਦੇ ਹੋ, ਜੋ ਤੁਸੀਂ ਆਪਣੇ YouTube ਤੇ ਸੁਣ ਲਿਆ ਜੀ, ਜਾਂ ਹੋਰ ਕਿਤੇ ਇੱਧਰ ਉੱਧਰ ਆਈਪੋਡ ਤੇ ਸੁਣ ਲਿਆ, ਹੈ ਨਾ। ਲੇਕਿਨ ਲਾਈਵ ਮਿਊਜ਼ਿਕ ਸੁਣਨਾ ਕਿਸੇ ਮਿਊਜ਼ਿਕ ਬੈਂਡ ਦਾ, ਉਹ ਚੀਜ਼ ਹੀ ਕੋਈ ਹੋਰ ਹੁੰਦੀ ਹੈ। ਤਾਂ ਕਦੇ ਮੌਕਾ ਮਿਲਿਆ ਤਾਂ ਬੇਟਾ ਲਾਈਵ ਮਿਊਜ਼ਿਕ, ਖਾਸ ਤੌਰ ਤੇ ਮਿਊਜ਼ਿਕ ਬੈਂਡ ਦਾ ਕਦੇ ਸੁਣ ਕੇ ਦੇਖਿਓ, ਤਾਂ ਜ਼ਿਆਦਾ ਅੱਛਾ ਹੁੰਦਾ। ਹਾਂ, ਵਿਆਹਾਂ ਸ਼ਾਦੀਆਂ ਤੇ ਅਸੀਂ ਮਿਊਜ਼ਿਕ ਬੈਂਡ ਸੁਣਦੇ ਹਾਂ, ਲੇਕਿਨ ਉਹ ਚਲੋ ਹੋਰ ਤਰੀਕੇ ਦਾ ਹੁੰਦਾ। ਲੇਕਿਨ ਜਿਹੜਾ ਅਸਲ 'ਚ ਮਿਊਜ਼ਿਕ ਬੈਂਡ ਹੁੰਦਾ ਨਾ,
ਜਿਸ ਤਰ੍ਹਾਂ ਫਿਲਿਪ ਸੂਜ਼ਾ ਦੇ ਫਾਦਰ ਪਲੇ ਕਰਦੇ ਸੀ ਜਾਂ ਉਸਨੇ ਪਲੇ ਕੀਤਾ, ਉਹ ਚੀਜ਼ ਹੀ ਹੋਰ ਹੁੰਦੀ ਹੈ ਕਦੇ। ਤਾਂ ਹੀ ਵਾਊਡ ਟੂ ਬਿਕਮ ਅ ਮਿਊਜ਼ੀਸ਼ੀਅਨ, ਤਾਂ ਉਸਨੇ ਸ਼ੁਰੂ ਤੋਂ ਹੀ ਇਹ ਸੋਚ ਲਿਆ ਸੀ, ਉਸਨੇ ਕਸਮ ਖਾ ਲਈ ਸੀ ਨਾ। ਵਾਓ ਦਾ ਮਤਲਬ ਹੁੰਦਾ ਬੇਟਾ ਕਸਮ ਖਾਣਾ। ਹੀ ਵਾਊਡ ਟੂ ਬਿਕਮ, ਕਿ ਮੈਂ ਤਾਂ ਬਣੂਗਾ ਹੀ ਬਣੂਗਾ ਕਿ ਇੱਕ ਸੰਗੀਤਕਾਰ, ਮਿਊਜ਼ੀਸ਼ੀਅਨ ਬਣੂਗਾ। ਹੀ ਆਲਵੇਜ਼ ਇੰਜੋਇਡ ਪਲੇਇੰਗ ਵਾਇਲਨ, ਉਹ ਹਮੇਸ਼ਾ ਵਾਇਲਨ ਨੂੰ ਵਜਾਉਣਾ ਪਸੰਦ ਕਰਦਾ ਸੀ। ਪਲੇਇੰਗ ਵਾਇਲਨ, ਵਾਇਲਨ ਨੂੰ ਵਜਾਉਣਾ ਪਸੰਦ ਕਰਦਾ ਸੀ। ਹੀ ਸਟਾਰਟਡ ਲਰਨਿੰਗ ਮਿਊਜ਼ਿਕ ਫਰੋਮ ਮਿਸਟਰ ਐਸਪਿਊਟਾ, ਤਾਂ ਉਸਨੇ ਕੀ ਕੀਤਾ, ਮਿਸਟਰ ਐਸਪਿਊਟਾ ਤੋਂ ਮਿਊਜ਼ਿਕ ਸਿੱਖਣਾ ਸ਼ੁਰੂ ਕਰ ਦਿੱਤਾ। ਹੀ ਸਟਾਰਟਡ ਲਰਨਿੰਗ ਮਿਊਜ਼ਿਕ ਫਰੋਮ ਮਿਸਟਰ ਐਸਪਿਊਟਾ, ਤਾਂ ਜਿਸ ਮਿਊਜ਼ਿਕ ਸਕੂਲ ਦੇ ਵਿੱਚ ਉਸਨੇ ਦਾਖਲਾ ਲਿਆ ਸੀ, ਉੱਥੇ ਮਿਊਜ਼ਿਕ ਦੇ ਟੀਚਰ ਸੀਗੇ ਮਿਸਟਰ ਐਸਪਿਊਟਾ। ਮਿਸਟਰ ਐਸਪਿਊਟਾ ਉਸਨੂੰ ਵਾਇਲਨ ਵਜਾਣੀ ਸਿਖਾਉਂਦੇ ਸੀ, ਤਾਂ ਉੱਥੋਂ ਉਹਨਾਂ ਨੇ ਮਿਊਜ਼ਿਕ ਸਿੱਖਣਾ ਸ਼ੁਰੂ ਕਰਤਾ। ਵੰਸ ਹੀ ਪਰਫਾਰਮਡ ਵੈਰੀ ਬੈਡਲੀ ਇਨ ਦਾ ਕਨਸਰਟ, ਤਾਂ ਇੱਕ ਵਾਰੀ ਕੀ ਹੋਇਆ, ਉਸੇ ਸਕੂਲ ਦਾ ਫੰਕਸ਼ਨ ਹੋਇਆ, ਐਨੂਅਲ ਫੰਕਸ਼ਨ ਹੋਇਆ, ਮਿਊਜ਼ਿਕ ਕਨਸਰਟ ਹੋਇਆ, ਸ਼ਾਮ ਨੂੰ ਸੀ ਮਿਊਜ਼ਿਕ ਕਨਸਰਟ। ਥੋੜਾ ਜਿਹਾ ਇਹ ਓਵਰ ਕੌਨਫੀਡੈਂਟ ਵੀ ਹੋ ਗਿਆ ਕਿ ਮੈਨੂੰ ਤਾਂ ਮਿਊਜ਼ਿਕ ਬਹੁਤ ਅੱਛਾ ਆਉਂਦਾ, ਮੈਂ ਤਾਂ ਡਾਇਰੈਕਸ਼ਨ ਦੇਣਾ ਮਿਊਜ਼ਿਕ ਦੀ। ਤਾਂ ਇਹ ਉਸ ਦਿਨ ਪੂਰਾ ਦਿਨ, ਜਿਸ ਦਿਨ ਸ਼ਾਮ ਨੂੰ ਇਸ ਦਾ ਸਮਾਗਮ ਹੋਣਾ ਸੀ, ਇਹ ਸਾਰਾ ਦਿਨ ਇਹ ਬੇਸਬਾਲ ਖੇਲਦਾ ਰਿਹਾ ਸੀ। ਆਪਾਂ ਪੜ੍ਹਿਆ, ਤਾਂ ਇਸਨੇ ਆਪਣੀ ਜੋ ਫਾਰਮਲ ਡਰੈਸ ਪਾਣੀ ਹੁੰਦੀ ਹੈ ਫੰਕਸ਼ਨ ਦੇ ਵਿੱਚ, ਉਹ ਇਸਨੇ ਰੈਡੀ ਨਹੀਂ ਕੀਤੀ। ਤਾਂ ਜਦੋਂ ਇਸ ਨੂੰ ਡਰੈਸ ਦੀ ਲੋੜ ਪਈ, ਇਹਦੇ ਕੋਲ ਡਰੈਸ ਹੈ ਨਹੀਂ ਸੀ, ਘਰੇ ਕੋਈ ਹੈ ਨਹੀਂ ਸੀ, ਮਿਸਟਰ ਐਸਪਿਊਟਾ ਕੋਲ ਗਿਆ। ਮਿਸਟਰ ਐਸਪਿਊਟਾ ਨੇ ਆਪਣੀ ਵਾਈਫ ਕੋਲ ਭੇਜਤਾ, ਉਹਨਾਂ ਨੇ ਮਿਸਟਰ ਐਸਪਿਊਟਾ ਦੀ ਸ਼ਰਟ ਇਹਨਾਂ ਦੇ ਪਹਿਨਾਤੀ ਫਿਲਿਪ ਨੂੰ, ਤੇ ਕਿਸੇ ਤਰੀਕੇ ਨਾਲ ਪਿੰਨ ਪੁੰਨ ਲਾ ਕੇ ਟਕਿੰਗ ਕਰਕੇ ਸ਼ਰਟ ਪਹਿਨਾਤੀ। ਉਹ ਸ਼ਰਟ ਵੱਡੀ ਸੀ, ਤੇ ਜਦੋਂ ਵਾਇਲਨ ਵਜਾਣ ਲੱਗਿਆ, ਉਹ ਸ਼ਰਟ ਸਾਰੀ ਖੁੱਲ ਗਈ, ਆਡੀਅנס ਹੱਸ ਪਈ। ਇਹ ਸਾਰਾ ਬੇਟਾ ਆਪਾਂ ਨੇ ਇਨਸੀਡੈਂਟ ਪੜਿਆ, ਕੱਲ ਸ਼ਾਰਟ ਆਨਸਰ ਕੁਐਸਚਨਸ ਵੀ ਡਿਸਕਸ ਕੀਤਾ ਹੈ, ਤੇ ਸਾਰਾ ਮੈਂ ਤੁਹਾਨੂੰ ਪੂਰਾ ਇਨਸੀਡੈਂਟ ਜਦੋਂ ਮੈਂ ਐਕਸਪਲੇਨੇਸ਼ਨ ਕਰਾਈ ਹੈ ਚੈਪਟਰ ਦੀ, ਤਾਂ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਹੈ। ਤਾਂ ਹੋਇਆ ਕਿ ਅਲਟੀਮੇਟਲੀ ਕਿ ਉਸ ਦੇ ਕਨਸਰਟ ਦੇ ਵਿੱਚ, ਸਮਾਗਮ ਦੇ ਵਿੱਚ, ਉਸਨੇ ਪਰਫਾਰਮੈਂਸ ਬਹੁਤ ਹੀ ਬੈਡ ਦਿੱਤੀ, ਬੈਡਲੀ, ਬੁਰੀ ਪਰਫਾਰਮੈਂਸ ਦਿੱਤੀ ਉਸਨੇ। ਉਸਦੀ ਕਾਰਜਗੁਜ਼ਾਰੀ ਬਹੁਤ ਹੀ ਮਾੜੀ ਸੀ, ਤੇ ਇਹ ਬਲੈਂਕ ਵੀ ਹੋ ਗਿਆ, ਟੋਟਲ ਭੁੱਲ ਹੀ ਗਿਆ ਕਿ ਮੈਨੇ ਵਜਾਣਾ ਕੀ ਹੈ, ਸਾਨੂੰ ਪਤਾ ਹੈ। ਤਾਂ ਦਿਸ ਇਨਸੀਡੈਂਟ ਬ੍ਰੋਕ ਹਿਮ, ਤਾਂ ਇਸ ਘਟਨਾ ਨੇ ਇਸ ਨੂੰ ਤੋੜ ਦਿੱਤਾ। ਹਿਮ ਦਾ ਮਤਲਬ ਜੌਨ ਫਿਲਿਪ ਸੂਜ਼ਾ ਨੂੰ, ਉਸ ਨੂੰ ਤੋੜਤਾ, ਕਿਉਂਕਿ ਇਸ ਨੂੰ ਮਿਊਜ਼ਿਕ ਨਾਲ ਪਿਆਰ ਬਹੁਤ ਸੀ। ਇਹਨੂੰ ਇਹ ਲੱਗਦਾ ਸੀ ਮਿਊਜ਼ਿਕ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ। ਲੇਕਿਨ ਓਵਰ ਕੌਨਫੀਡੈਂਸ ਬੱਚਿਓ ਹਰ ਇੱਕ ਇਨਸਾਨ ਨੂੰ ਮਾਰ ਜਾਂਦਾ ਹੈ, ਇਸ ਨੂੰ ਵੀ ਕਰ ਗਿਆ ਉਹ। ਤੇ ਹੋਇਆ ਕਿ ਇੱਕ ਵਾਰੀ ਇਹਦਾ ਦਿਲ ਟੁੱਟ ਗਿਆ ਕਿ ਮਿਊਜ਼ਿਕ ਨੇ ਮੈਨੂੰ ਐਵੇਂ, ਮੇਰੀ ਤਾਂ ਹੱਸੀ ਉਡਵਾਤੀ ਪੂਰੇ ਆਡੀਅנס ਦੇ ਵਿੱਚ। ਤਾਂ ਇਸਨੇ ਕੀ ਕੀਤਾ, ਇਸਦਾ ਦਿਲ ਇੰਨਾ ਟੁੱਟਿਆ, ਹੀ ਲੈਫਟ ਮਿਊਜ਼ਿਕ ਐਂਡ ਟਰਾਈਡ ਟੂ ਬਿਕਮ ਅ ਬੇਕਰ। ਇਸਨੇ ਮਿਊਜ਼ਿਕ ਛੱਡਤਾ, ਸਿੱਖਣਾ ਛੱਡਤਾ, ਅਤੇ ਇਸਨੇ ਕਿਹਾ ਮੈਂ ਤਾਂ ਬੇਕਰ ਬਣੂ। ਟਰਾਈਡ, ਕੋਸ਼ਿਸ਼ ਕੀਤੀ, ਟੂ ਬਿਕਮ ਅ ਬੇਕਰ, ਕਿ ਮੈਂ ਬੇਕਰ ਬਣ ਜਾ। ਬੇਕਰ ਦਾ ਮਤਲਬ ਜਿਵੇਂ ਆਪਾਂ ਬੇਕਿੰਗ ਵਾਲੀ ਸ਼ਾਪ ਹੁੰਦੀ ਹੈ, ਕਨਫੈਕਸ਼ਨਰੀ ਵਾਲੀ ਸ਼ਾਪ, ਜਿੱਥੇ ਕੇਕਸ ਵਗੈਰਾ ਬਣਦੇ ਆ, ਬਿਸਕਿਟਸ ਵਗੈਰਾ ਬਣਦੇ ਆ, ਵੀ ਮੈਂ ਤਾਂ ਉੱਥੇ ਬੇਕਰ ਬਣੂਗਾ। ਤੇ ਇਹਦੇ ਫਾਦਰ ਸਾਹਿਬ ਅੜਦੇ ਨਹੀਂ ਸੀ, ਜਦੋਂ ਇਹਨਾਂ ਨੂੰ ਕਿਹਾ ਗਿਆ ਫਿਲਿਪ ਦੁਆਰਾ ਕਿ ਮੈਂ ਤਾਂ ਬੇਕਰ ਬਣਨਾ, ਕਹਿੰਦੇ ਠੀਕ ਹੈ, ਚਲ ਤੂੰ ਆਪਣੀ ਮਾੜੀ ਮੋਟੀ ਜਿਹੜੀ ਪੜ੍ਹਾਈ ਕਰਨੀ ਉਹ ਕਰਦਾ ਰਹੀ, ਨਾਲ ਮੈਂ ਚਾਰਲੀ ਦੀ ਬੇਕਰੀ 'ਚ ਤੈਨੂੰ ਮੈਂ ਕੰਮ ਦਵਾ ਦੇਣਾ। ਤੇ ਚਾਰਲੀ ਦੀ ਬੇਕਰੀ 'ਚ ਇਹ ਕੰਮ ਵੀ ਕਰਨ ਚਲਾ ਗਿਆ। ਪਰ ਬੇਟਾ ਉੱਥੇ ਵੀ ਇਹ ਕੰਮ ਨਹੀਂ ਕਰ ਪਾਇਆ, ਬਿਕੋਜ਼ ਇਹਦਾ ਮੇਨ ਇੰਟਰਸਟ ਕਿੱਥੇ ਸੀ? ਇਹਦਾ ਮੇਨ ਇੰਟਰਸਟ ਤਾਂ ਮਿਊਜ਼ਿਕ 'ਚ ਹੀ ਸੀ ਨਾ। ਹੁਣ ਜਿਹੜੇ ਬੱਚੇ ਦਾ ਮੇਨ ਇੰਟਰਸਟ ਮਿਊਜ਼ਿਕ ਦਾ ਹੋਵੇ, ਉਸਨੂੰ ਆਪਾਂ ਬੇਕਿੰਗ ਵੱਲ ਲੈ ਜੀ, ਉਹ ਨਹੀਂ ਕਰ ਸਕਦਾ ਕੰਮ। ਉਹਨੇ 2-3 ਦਿਨ ਦੇਖਿਆ, ਜਦ ਉਹਦਾ ਪਤਾ ਲੱਗਿਆ ਕਿ ਇਹਦਾ ਕੰਮ ਹੀ ਮੇਰੇ ਮੁਤਾਬਕ ਹੈ ਨਹੀਂ, ਤਾਂ ਉਸਨੇ ਉਹ ਵੀ ਕੰਮ ਛੱਡਤਾ। ਫਿਰ ਉਸ ਤੋਂ ਬਾਅਦ ਇਹਨੂੰ ਇੱਕ ਨੇ ਸਬਜ਼ ਬਾਗ ਦਿਖਾਏ, ਸਰਕਸ ਦੇ ਹੈਡ ਨੇ, ਕਿ ਤੈਨੂੰ ਮੈਂ ਆਪਣੇ ਸਰਕਸ 'ਚ ਭਰਤੀ ਕਰ ਲੈਣਾ, ਚੱਲ ਆਪਾਂ ਸਰਕਸ ਤੇ ਚੱਲਦੇ ਹਾਂ, ਕਦੇ ਇਹ ਸ਼ਹਿਰ ਕਦੇ ਉਹ ਸ਼ਹਿਰ, ਤੂੰ ਤਾਂ ਬੜਾ ਪ੍ਰਸਿੱਧ ਹੋ ਜਾਏਗਾ। ਤੇ ਇਸਨੇ ਹੀ ਆਲਸੋ ਵਾਂਟਡ ਟੂ ਜੁਆਇਨ ਦਾ ਸਰਕਸ, ਤਾਂ ਇਸਨੇ ਸਰਕਸ ਜੁਆਇਨ ਕਰਨਾ ਵੀ ਚਾਹਿਆ। ਆਲਸੋ ਵਾਂਟਡ, ਇਸਨੇ ਚਾਹਿਆ ਕਿ ਮੈਂ ਸਰਕਸ ਜੁਆਇਨ ਕਰ ਲਾਂ, ਕਿ ਮੈਂ ਪੂਰਾ ਫੇਮਸ ਹੋ ਜਾਊਂਗਾ, ਸਰਕਸ ਦੇ ਬੈਂਡ ਦਾ ਹੈਡ ਬਣ ਜਾਊਂਗਾ। ਸਾਰੇ ਸਬਜ਼ ਬਾਗ ਦੇਖਦਾ ਰਿਹਾ, ਪਰ ਇਹਦਾ ਉਹ ਵੀ ਸੁਪਨਾ ਟੁੱਟ ਗਿਆ, ਕਿਉਂਕਿ ਇਹਦੇ ਫਰੈਂਡ ਐਡ ਨੇ ਆਪਣੇ ਜਿਹੜੀ ਇਸ ਦੀ ਗੱਲ ਸੀਗੀ ਕਿ ਇਹ ਤਾਂ ਭਾਈ ਹੁਣ ਘਰੋਂ ਭੱਜ ਰਿਹਾ ਹੈ, ਉਹ ਗੱਲ ਆਪਣੀ ਮਦਰ ਨੂੰ ਦੱਸੀ। ਮਦਰ ਤੋਂ ਹੁੰਦੀ ਹੋਈ ਗੱਲ ਇਹਦੇ ਘਰਦਿਆਂ ਤੱਕ ਪਹੁੰਚ ਗਈ, ਇਹਦੇ ਫਾਦਰ ਨੂੰ ਪਤਾ ਲੱਗ ਗਿਆ, ਤੇ ਫਾਦਰ ਨੇ ਫਿਰ ਬੜੇ ਤਰੀਕੇ ਨਾਲ ਹੈਂਡਲ ਕੀਤਾ। ਬਟ ਹਿਜ਼ ਫਾਦਰ ਨਿਊ ਅਬਾਊਟ ਹਿਜ਼ ਰੀਅਲ ਇੰਟਰਸਟ, ਪਰ ਇਸ ਦੇ ਪਿਤਾ ਜੌਨ ਫਿਲਿਪ ਸੂਜ਼ਾ ਦੇ ਪਿਤਾ ਜਾਣਦੇ ਸੀ ਉਸਦੇ ਅਸਲੀ ਇੰਟਰਸਟ ਬਾਰੇ, ਉਸਦੀ ਅਸਲੀ ਰੁਚੀ ਬਾਰੇ। ਆਪਾਂ ਦੇਖੋ ਕੁਐਸਚਨ ਦੇ ਸ਼ੁਰੂ ਵਿੱਚ ਵੀ ਕਿਹਾ ਨਾ ਕਿ ਸਾਨੂੰ ਉਹੀ ਕਰੀਅਰ 'ਚ ਚੀਜ਼ ਫੋਲੋ ਕਰਨੀ ਚਾਹੀਦੀ ਹੈ ਜਿਸ 'ਚ ਸਾਡਾ ਇੰਟਰਸਟ ਹੋਵੇ, ਹੈ ਨਾ। ਤਾਂ ਉਸ ਇੰਟਰਸਟ ਨੂੰ ਕੌਣ ਜਾਣਦੇ ਸੀ? ਇਸ ਦੇ ਫਾਦਰ, ਇਸ ਦੇ ਜੌਨ ਫਿਲਿਪ ਸੂਜ਼ਾ ਦੇ ਫਾਦਰ। ਉਹਨੂੰ ਪਤਾ ਸੀ ਕਿ ਮੇਰਾ ਬੇਟਾ ਨਾ ਤਾਂ ਬੇਕਰ ਬਣੂਗਾ ਜ਼ਿੰਦਗੀ 'ਚ, ਤੇ ਨਾ ਹੀ ਇਹ ਸਰਕਸ ਦਾ ਮਿਊਜ਼ੀਸ਼ੀਅਨ ਬਣੂਗਾ। ਇਹਨੇ ਐਕਚੁਅਲ ਜਿਹੜਾ ਬਣਨਾ ਹੈ, ਅਸਲੀ ਤੌਰ ਤੇ ਮਿਊਜ਼ੀਸ਼ੀਅਨ ਬਣਨਾ ਹੈ, ਆਪਣਾ ਮਿਊਜ਼ਿਕ ਇਹਨੇ ਕ੍ਰੀਏਟ ਕਰਨਾ। ਉਹਨਾਂ ਨੂੰ ਪਤਾ ਸੀਗਾ ਕਿ ਮੇਰਾ ਬੇਟਾ ਤਾਂ ਇਸ ਲਾਈਨ 'ਚ ਜਾਊਗਾ, ਤਾਂ ਉਸ ਦੇ ਅਸਲੀ ਇੰਟਰਸਟ ਬਾਰੇ ਜਾਣਦੇ ਸੀ।
ਤਾਂ ਉਹਨਾਂ ਨੇ ਫਿਰ ਉਵੇਂ ਹੀ ਕੀਤਾ, ਹੀ ਗਾਈਡਡ ਹਿਮ ਵੈਲ, ਉਹਨਾਂ ਨੇ ਉਸ ਨੂੰ ਬਹੁਤ ਚੰਗੀ ਤਰ੍ਹਾਂ ਗਾਈਡ ਕੀਤਾ, ਉਸ ਨੂੰ ਸਮਝਾਇਆ। ਤੇ ਫਿਰ ਤੁਹਾਨੂੰ ਪਤਾ ਬੇਟਾ ਉਹ ਸੈਰ ਦੇ ਬਹਾਨੇ ਚਲੇ ਗਏ ਸੀਗੇ, ਸੈਰ ਦੇ ਬਹਾਨੇ ਉਸ ਨੂੰ US ਮਰੀਨ ਦੇ ਬੈਰਕਸ ਚ ਲੈ ਗਏ, ਉੱਥੇ ਉਸ ਨੂੰ ਐਨਲਿਸਟ ਕਰਵਾਤਾ, ਭਰਤੀ ਕਰਾਤਾ। ਫਿਰ ਉਸ ਤੋਂ ਬਾਅਦ ਤਾਂ ਇਤਿਹਾਸ ਹੀ ਬਣ ਗਿਆ, ਠੀਕ ਹੈ। ਹੀ ਆਲਸੋ ਮੋਟੀਵੇਟਿਡ ਹਿਮ ਟੂ ਜੁਆਇਨ ਮਿਊਜ਼ਿਕ ਅਗੇਨ। ਤਾਂ ਉਸ ਟਾਈਮ, ਜਿਸ ਟਾਈਮ ਸਰਕਸ ਚ ਜਾ ਰਹੇ ਸੀਗੇ ਜੌਨ ਫਿਲਿਪ ਸੂਜ਼ਾ, ਤੇ ਉਸਦੇ ਪਿਤਾ ਜੀ ਨੇ ਉਹਨਾਂ ਨੂੰ ਮੋਟੀਵੇਟ ਕੀਤਾ, ਉਤਸ਼ਾਹਿਤ ਕੀਤਾ। ਮੋਟੀਵੇਟ ਦਾ ਮਤਲਬ ਉਤਸ਼ਾਹਿਤ ਕੀਤਾ ਕਿ ਉਹ ਮਿਊਜ਼ਿਕ ਦੁਬਾਰਾ ਤੋਂ ਜੁਆਇਨ ਕਰੇ, ਟੂ ਜੁਆਇਨ ਮਿਊਜ਼ਿਕ ਅਗੇਨ। ਇਹ ਬੇਕਰ ਤੋਂ ਬਣਨ ਤੋਂ ਬਾਅਦ ਵਾਲੀ ਗੱਲ ਹੈ ਕਿ ਹੁਣ ਤੂੰ ਜਾ ਆਪਣੇ ਜਿਹੜੇ ਟੀਚਰ ਮਿਸਟਰ ਐਸਪਿਊਟਾ ਨੇ ਉਹਨਾਂ ਦੇ ਨਾਲ ਆਪਣੇ ਮਨਮੁਟਾਵ ਖਤਮ ਕਰ ਤੇ ਜਾ ਕੇ ਮਿਊਜ਼ਿਕ ਸਿੱਖ। ਤੇ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੈ ਜੌਨ ਫਿਲਿਪ ਸੂਜ਼ਾ ਤੇ ਉਸਦੇ ਟੀਚਰ ਮਿਸਟਰ ਐਸਪਿਊਟਾ ਬਹੁਤ ਅੱਛੇ ਫਰੈਂਡਸ ਵੀ ਬਣੇ। ਤਾਂ ਸਾਰਾ ਕ੍ਰੈਡਿਟ ਕਿਸ ਨੂੰ ਜਾਂਦਾ ਹੈ? ਇਸ ਦੇ ਫਾਦਰ ਨੂੰ ਜਾਂਦਾ ਹੈ। ਤਾਂ ਫਿਲਿਪ ਸੂਨ ਬਿਕੇਮ ਅ ਮੈਂਬਰ ਆਫ ਦਾ US ਮਰੀਨ ਬੈਂਡ। ਤਾਂ ਫਿਲਿਪ ਬਹੁਤ ਹੀ ਜਲਦੀ US ਮਰੀਨ ਬੈਂਡ ਦਾ ਇੱਕ ਮੈਂਬਰ ਬਣ ਗਿਆ, ਬੈਂਡ ਦਾ ਮੈਂਬਰ ਬਣ ਗਿਆ, ਮਿਊਜ਼ੀਸ਼ੀਅਨ ਬਣ ਗਿਆ। ਤਾਂ US ਦਾ ਮਤਲਬ ਬੇਟਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਕਿਹਾ ਜਾਂਦਾ ਹੈ। ਮਰੀਨ ਬੈਂਡ, ਮਰੀਨ ਉਸਦੀ ਇੱਕ ਨੇਵੀ ਹੈ, ਤੇ ਉਸਦਾ ਜਿਹੜਾ ਬੈਂਡ ਹੈ ਉਸਨੂੰ US ਮਰੀਨ ਬੈਂਡ ਕਹਿੰਦੇ ਆ। ਤੇ ਉਸਦਾ ਇਹ ਮੈਂਬਰ ਬਣ ਗਿਆ ਕਿਉਂਕਿ ਮਿਊਜ਼ੀਸ਼ੀਅਨ ਬਹੁਤ ਅੱਛਾ ਸੀ। ਹੀ ਆਲਸੋ ਬਿਕੇਮ ਦਾ ਲੀਡਰ ਆਫ ਦੈਟ ਬੈਂਡ। ਤਾਂ ਉਸ ਬੈਂਡ ਦਾ ਲੀਡਰ ਵੀ ਬਣ ਗਿਆ, US ਮਰੀਨ ਬੈਂਡ ਦਾ ਇਹ ਲੀਡਰ ਬਣ ਗਿਆ। ਤਾਂ ਦੇਖੋ ਕਿੱਥੇ ਤਾਂ ਇਹ ਸਰਕਸ ਦੇ ਬੈਂਡ ਦਾ ਲੀਡਰ ਬਣਨਾ ਚਾਹੁੰਦਾ ਸੀ, ਕਿੱਥੇ ਇਹ US ਮਰੀਨ ਬੈਂਡ ਦੇ ਦਾ ਲੀਡਰ ਬਣ ਗਿਆ। ਤਾਂ ਕਿੰਨੀ ਵੱਡੀ ਉਪਲਬਧੀ ਹੈ। ਇਹ ਸਾਰਾ ਕੁਝ ਕਿਵੇਂ ਪੋਸੀਬਲ ਹੋਇਆ? ਇਸ ਦੇ ਫਾਦਰ ਸਾਹਿਬ ਕਰਕੇ। ਹੀ ਵਾਸ ਅ ਗ੍ਰੇਟ ਕੰਪੋਜ਼ਰ। ਤਾਂ ਉਹ ਮਹਾਨ ਸੰਗੀਤਕਾਰ ਸੀ। ਕੰਪੋਜ਼ਰ ਮਤਲਬ ਜੋ ਧੁਨਾਂ ਤਿਆਰ ਕਰਦਾ ਹੈ, ਟਿਊਨਸ ਤਿਆਰ ਕਰਦਾ ਹੈ, ਮਿਊਜ਼ਿਕ ਟਿਊਨਸ ਤਿਆਰ ਕਰਦਾ, ਉਹਨੂੰ ਅਸੀਂ ਕੰਪੋਜ਼ਰ ਕਹਿੰਦੇ ਹਾਂ। ਤਾਂ ਹੀ ਰੋਟ ਮੋਰ ਦੈਨ 100 ਮਾਰਚਿਸ। ਤਾਂ ਉਸਨੇ 100 ਤੋਂ ਵੀ ਜ਼ਿਆਦਾ ਮਾਰਚਿਸ ਲਿਖੇ, 100 ਤੋਂ ਵੀ ਜ਼ਿਆਦਾ, ਮੋਰ ਦੈਨ 100 ਮਾਰਚਿਸ। ਮਾਰਚ ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਫੌਜ ਦੀ ਟੁਕੜੀ ਚੱਲਦੀ ਹੈ ਉਸ ਤੋਂ ਪਹਿਲਾਂ ਜਿਹੜਾ ਬੈਂਡ ਚੱਲਦਾ ਹੁੰਦਾ ਹੈ, ਉਸ ਜਿਸ ਦੀ ਤਾਲ ਦੇ ਨਾਲ ਟੁਕੜੀ ਜਿਹੜੀ ਆਪਣੇ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਹੈ, ਉਸ ਨੂੰ ਅਸੀਂ ਮਾਰਚ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਦੇ ਮਾਰਚ ਨੇ ਕਿਸ ਤਰ੍ਹਾਂ ਦੇ ਲਿਖੇ? 100 ਤੋਂ ਜ਼ਿਆਦਾ। ਸੋ ਹੀ ਵਾਜ਼ ਨੋਨ ਐਜ਼ ਦਾ ਮਾਰਚ ਕਿੰਗ। ਇਸ ਕਰਕੇ ਉਸ ਨੂੰ ਮਾਰਚ ਕਿੰਗ ਕਿਹਾ ਜਾਂਦਾ ਹੈ। ਇਸ ਨੂੰ ਜਦੋਂ ਮਾਰਚ ਕਿੰਗ ਪਾਉਂਗੇ ਤਾਂ ਡਬਲ ਕੋਟ ਪਾ ਦਿਓ। ਵਨਸ ਹੀ ਗੇਵ ਅ ਗ੍ਰੇਟ ਪਰਫਾਰਮੈਂਸ ਵਿਦ ਹਿਸ ਬੈਂਡ ਇਨ ਵਾਸ਼ਿੰਗਟਨ ਸਿਟੀ। ਤਾਂ ਬਿਲਕੁਲ ਚੈਪਟਰ ਦੇ ਵਿੱਚ ਐਂਡ ਦੇ ਬੇਟਾ ਆਪਾਂ ਨੇ ਦੇਖਿਆ ਸੀ ਕਿ ਇਸਨੇ ਇੱਕ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਸੀ ਆਪਣੇ US ਮਰੀਨ ਬੈਂਡ ਦੇ ਨਾਲ। ਕਿੱਥੇ ਦਿੱਤੀ ਸੀ? ਵਾਸ਼ਿੰਗਟਨ ਸਿਟੀ। ਵਾਸ਼ਿੰਗਟਨ ਸਿਟੀ ਕੌਣ ਹੈ, ਕੀ ਹੈ? ਇਹ ਸਾਡੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਰਾਜਧਾਨੀ ਹੈ, ਕੈਪੀਟਲ ਹੈ। ਤਾਂ ਵਾਸ਼ਿੰਗਟਨ ਸਿਟੀ ਦੇ ਵਿੱਚ ਆਪਣੇ ਬੈਂਡ ਦੇ ਨਾਲ ਇਸਨੇ ਬਹੁਤ ਹੀ ਮਹਾਨ ਪਰਫਾਰਮੈਂਸ ਦਿੱਤੀ, ਗ੍ਰੇਟ ਪਰਫਾਰਮੈਂਸ, ਬਹੁਤ ਹੀ ਅੱਛੀ ਪਰਫਾਰਮੈਂਸ ਦਿੱਤੀ। ਤਾਂ ਇਹ ਵਾਲੀ ਜਿਹੜੀ ਟਿਊਨ ਉੱਥੇ ਪਲੇ ਕੀਤੀ ਗਈ ਸੀ ਉਸ ਮਾਰਚ ਦੇ ਵਿੱਚ, ਉਸ ਨੂੰ ਕਿਹਾ ਗਿਆ ਸੀ ਦਾ ਵਾਸ਼ਿੰਗਟਨ ਪੋਸਟ ਮਾਰਚ। ਤਾਂ ਉਹਦੇ ਬਾਰੇ ਹੈ ਕਿ ਦਿਸ ਵਾਸ਼ਿੰਗਟਨ ਪੋਸਟ ਮਾਰਚ ਵਾਜ਼ ਹਿਸ ਮੋਸਟ ਫੇਮਸ ਟਿਊਨ। ਤਾਂ ਇਹ ਜਿਹੜੀ ਵਾਸ਼ਿੰਗਟਨ ਪੋਸਟ ਮਾਰਚ ਜਿਹੜੀ ਇਸਨੇ ਵਜਾਈ ਸੀ ਆਪਣੇ ਬੈਂਡ ਦੇ ਨਾਲ ਵਾਸ਼ਿੰਗਟਨ ਸਿਟੀ ਦੇ ਵਿੱਚ ਬੱਚਿਆਂ ਦੇ ਸਾਹਮਣੇ, ਇਹ ਉਸ ਦੀ ਸਭ ਤੋਂ ਫੇਮਸ ਟਿਊਨ ਹੈ। ਮਤਲਬ ਜਿੰਨੇ ਇਸਨੇ ਮਾਰਚਿਸ ਬੇਟਾ ਲਿਖੇ ਨੇ ਆਪਣੀ ਲਾਈਫ ਦੇ ਵਿੱਚ ਜੌਨ ਫਿਲਿਪ ਸੂਜ਼ਾ ਨੇ, ਉਸ 'ਚ ਸਭ ਤੋਂ ਜ਼ਿਆਦਾ ਜਿਹੜੀ ਮਕਬੂਲ ਹੋਈ ਹੈ, ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਈ ਹੈ, ਉਹ ਉਹੀ ਵਾਲੀ ਵਾਸ਼ਿੰਗਟਨ ਪੋਸਟ ਮਾਰਚ ਹੈ। ਤਾਂ ਇਸ ਦਾ ਬੇਟਾ ਮੈਂ ਤੁਹਾਨੂੰ ਕਲਿੱਪ ਆਪਣੇ ਵੀਡੀਓਜ਼ ਦੇ ਵਿੱਚ ਦਿਖਾਇਆ ਸੀਗਾ, ਪੂਰਾ ਬੈਂਡ ਦੇ ਨਾਲ ਕਿਸ ਤਰ੍ਹਾਂ ਮਿਊਜ਼ਿਕ ਵਜਾਇਆ ਗਿਆ ਸੀ ਜੌਨ ਫਿਲਿਪ ਸੂਜ਼ਾ ਦੁਆਰਾ। ਤਾਂ ਉਸ ਨੂੰ ਦੁਬਾਰਾ ਰੀਕ੍ਰੀਏਟ ਕਰਕੇ ਇੱਕ ਗਰੁੱਪ ਨੇ ਵਜਾਇਆ ਸੀ ਮਿਊਜ਼ਿਕ। ਤਾਂ ਉਹਦੀ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਈ ਸੀਗੀ ਆਪਣੇ ਐਕਸਪਲੇਨੇਸ਼ਨ ਵਾਲੇ ਪਾਰਟ ਦੇ ਵਿੱਚ। ਜੇ ਨਹੀਂ ਤੁਸੀਂ ਦੇਖੀ ਤਾਂ ਜ਼ਰੂਰ ਦੇਖਿਓ। ਤੇ ਰੀਅਲੀ ਹੀ ਇਜ਼ ਅ ਗ੍ਰੇਟ ਮਿਊਜ਼ੀਸ਼ੀਅਨ। ਤਾਂ ਇੱਕ ਬਹੁਤ ਹੀ ਮਹਾਨ ਸੰਗੀਤਕਾਰ ਹੈ ਜੀ, ਮਿਊਜ਼ੀਸ਼ੀਅਨ ਹੈ। ਤਾਂ ਬੇਟਾ ਇਸ ਤਰੀਕੇ ਨਾਲ ਸਾਡਾ ਕੁਐਸਚਨ ਕੰਪਲੀਟ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਇਸ ਨੂੰ ਆਪਣੀਆਂ ਨੋਟਬੁੱਕਸ ਤੇ ਜ਼ਰੂਰ ਉਤਾਰ ਲੈਣਾ। ਜੇ ਕੋਈ ਡਾਊਟ ਹੈ ਤਾਂ ਮੇਰੇ ਤੋਂ ਕਲੀਅਰ ਕਰ ਲੈਣਾ।